ਤੇ ਬਾਕੀ ਰਮਨ ਜੀ ਦੱਸੋ, ਤੁਸੀਂ ਪਹੁੰਚੇ ਹੋਏ ਆ ਉੱਥੇ ਕੰਟਕੀ, ਲੁਈਵਿਲ ਕੀ ਚੱਲ ਕੰਟਕੀ ਟਰੱਕ ਸ਼ੋਅ ਦੇ ਉੱਤੇ। ਸੋ ਕਿੱਦਾਂ ਦਾ ਇਹ ਜਿਹੜੇ ਟਰੱਕ ਸ਼ੋਅ ਦੇ ਵਿੱਚ ਕੀ ਆਪਾਂ ਨੂੰ ਦੇਖਣ ਨੂੰ ਨਵਾਂ ਮਿਲੂਗਾ, ਕੀ ਜਿਹੜੀਆਂ ਚਰਚਾਵਾਂ ਇਸ ਟਾਈਮ ਉੱਥੇ ਚੱਲ ਰਹੀਆਂ ਨੇ? ਬਿਲਕੁਲ ਜੀ, ਕਾਫੀ ਕੁਛ ਨਵਾਂ ਹੈਗਾ ਆ। ਇਸ ਵੇਲੇ ਕੀ ਕਹਿੰਦੇ ਹੁੰਦੇ ਆ, AI ਦਾ ਬੋਲਬਾਲਾ ਆ। ਠੀਕ ਹੈ। ਤੇ ਬਾਕੀ FMCSA ਨਾਲ ਕੱਲ ਵੀ ਗੱਲ ਹੋਈ ਸੀਗੀ, ਤੇ ਫਾਰਮਲੀ ਮੀਟਿੰਗ ਤਾਂ ਨਹੀਂ ਸੀਗੀ, ਲੇਕਿਨ ਆਫਟਰ ਆਵਰਸ ਮੈਨੂੰ ਮਿਲ ਗਏ ਤੇ ਉਹਨਾਂ ਦੇ ਨਾਲ ਗੱਲਬਾਤ ਕਾਫੀ ਹੋਈ ਸੀਗੀ ਕੱਲ, ਜਿਹਦੇ ਵਿੱਚ ਉਹ ਕਹਿ ਰਹੇ ਕਿ ਨਵਾਂ ਸਿਸਟਮ ਜਿਹੜਾ ਲੈ ਕੇ ਆ ਰਿਹਾ, ਜਿਹੜਾ ਕਿ ਹੁਣ ਆਪਾਂ ਜਦੋਂ ਕੰਪਨੀ ਸਾਈਨ ਅਪ ਹੁੰਦੀ ਆ, ਕੰਪਨੀ ਖੁੱਲਦੀ ਆ, ਉਹਦੇ ਵਿੱਚ ਕਾਫੀ ਜਿਹੜੀ ਡੀਟੇਲ ਦੇ ਵਿੱਚ ਜਾਣਕਾਰੀ ਆ ਉਹ ਲਈ ਜਾਊਗੀ। ਸੈਲਫੀ ਤੱਕ ਉਹਨਾਂ ਨੇ ਲੈਣੀ ਆ, ਲਾਇਸੈਂਸ ਦੀ ਫੋਟੋ ਕਾਪੀ ਅਪਲੋਡ ਕਰਨੀ ਪੈਣੀ ਆ, ਤੁਹਾਡਾ ਨਾਂ, ਤੁਹਾਡਾ ਐਡਰੈਸ, ਤੁਹਾਡੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਮੈਚ ਹੋਣੀਆਂ ਚਾਹੀਦੀਆਂ ਉਸ ਤੋਂ ਪਹਿਲਾਂ ਕਿ ਤੁਹਾਡੀ ਕੰਪਨੀ ਜਿਹੜੀ ਖੁੱਲੂਗੀ। ਸੋ ਇਹਦੇ ਵਿੱਚ ਉਹਨਾਂ ਨੇ ਉਹ ਚੀਜ਼ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੇ ਕੈਰੀਅਰਸ ਇੱਕ ਜਗ੍ਹਾ ਤੇ ਖੁੱਲੇ ਆ, ਰੀਸੈਂਟਲੀ ਲਾਸਟ ਵੀਕ ਨਿਊਜ਼ ਵੀ ਸੀਗੀ ਕਿ ਕੈਰੀਅਰਸ ਜਿਹੜੇ ਆ ਉਹ ਨਿਊਯਾਰਕ ਦਾ ਕੈਰੀਅਰ ਸੀਗਾ, ਉਹਨਾਂ ਦੇ ਸਕੋਰ ਹਾਈ ਚਲੇ ਗਏ ਨਿਊਯਾਰਕ ਦੇ ਵਿੱਚ, ਤੇ ਉਹਨਾਂ ਨੇ ਜਾ ਕੇ ਟੈਕਸਸ ਦੇ ਵਿੱਚ ਕੰਪਨੀ ਖੋਲਤੀ ਤੇ ਆਪਰੇਸ਼ਨ ਜਿਹੜੇ ਸੀ ਨਿਊਯਾਰਕ ਤੋਂ ਚੱਲ ਰਹੇ ਸੀਗੇ। ਸੋ ਕਈ ਕੁਛ ਉਹਦੇ ਵਿੱਚ ਜਿਹੜਾ ਆ, ਉਹਦੇ ਵਿੱਚ ਫਾਲਸੀਫਾਈਂਗ ਟੂ FMCSA ਦੇ ਥੱਲੇ ਉਹਨੂੰ 4 ਸਾਲ ਦੀ ਸਜ਼ਾ ਹੋਈ ਉਸ ਆਪਣੇ ਕੰਪਨੀ ਓਨਰ ਨੂੰ। ਤੇ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਇਸੇ ਚੀਜ਼ ਦੇ ਉੱਤੇ ਜ਼ਿਆਦਾ, ਜਿਹੜੀ ਦੇਖੋ ਜਿਹੜਾ ਫਰਾਡ ਹੁੰਦਾ ਆ, ਕੁਛ ਵੀ ਹੁੰਦਾ, ਉਹ ਕੰਪਨੀ ਕਿਤੇ ਨਾ ਕਿਤੇ ਖੁੱਲਦੀ ਆ, ਉਹਨੂੰ ਐਡਰੈਸ ਤੋਂ ਬਿਨਾਂ ਖੁੱਲਦੀ ਆ, ਜਾਂ PO ਬਾਕਸ ਦਾ ਐਡਰੈਸ ਦੇ ਕੇ ਜਾਂ ਗਲਤ ਇਨਫੋਰਮੇਸ਼ਨ ਦੇ ਕੇ ਕੰਪਨੀ ਖੋਲ ਕੇ ਫਰਾਡ ਹੁੰਦਾ ਆ। ਸੋ ਬੇਸਿਕਲੀ ਉਹ ਚੀਜ਼ਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਨੱਥ ਪਾਉਣ ਨੂੰ FMCSA ਵੱਲੋਂ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਹੈਗੀਆਂ। ਨਵਾਂ ਸਿਸਟਮ ਜਿਹੜਾ ਉਹ ਅੱਜ ਉਹਨਾਂ ਦੀ ਡੈਮੋ ਚੱਲ ਰਹੀ ਹੈਗੀ ਆ, ਮੈਂ ਜਾਣਾ ਆ ਦੁਪਹਿਰੋਂ ਬਾਅਦ ਉਹਨਾਂ ਦੇ ਕੋਲ ਡੈਮੋ ਲੈਣ ਵਾਸਤੇ ਵੀ। ਸੋ ਰਮਨ ਜੀ, ਇੱਕ ਚੀਜ਼ ਜਿਹੜਾ ਦੱਸਿਓ, ਇਹ ਜਿਹੜਾ ਹੁਣ ਜਿਹੜਾ ਸੋ ਕਾਲਡ ਫਰਾਡ ਦੀ ਜਿਹੜੀ ਇਹ ਗੱਲ ਕਹਿ ਰਹੇ ਆ, ਇਹ ਜਦੋਂ ਟਰੱਕਿੰਗ ਕੰਪਨੀ ਖੋਲਦੀ ਆ, ਇਹਦੇ ਵਿੱਚ ਥੋੜਾ ਜਿਹਾ ਤੁਸੀਂ ਡੂੰਘਾਈ 'ਚ ਜਾ ਸਕਦੇ ਵੀ ਕਿੱਦਾਂ ਜਿਹੜੀ ਇਹ ਚੀਜ਼ ਕੀਤੀ ਜਾ ਰਹੀ ਸੀ ਤੇ ਕਿੱਦਾਂ ਇਹਨੂੰ ਨੱਥ ਪਾਉਣ ਦੀ ਆ, ਵੀ ਸੈਲਫੀ ਦੇ ਨਾਲ ਵੀ ਕਿੱਦਾਂ ਜਿਹੜਾ ਇਸ ਨੂੰ ਰੋਕਣ ਦੀ ਜਿਹੜੀ ਕੋਸ਼ਿਸ਼ ਆ, ਤੁਸੀਂ ਥੋੜਾ ਜਿਹਾ ਦੱਸੋਗੇ? OP1 ਫਾਰਮ ਦੇ ਉੱਤੇ ਵੀ ਜਿਹੜਾ ਝੂਠ ਭਰਿਆ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸਿਓ ਉਹਨੂੰ ਬੰਦੇ ਨੂੰ। ਕਿਹੜਾ ਜੀ? ਉਹਨੂੰ ਦੱਸਿਆ ਨਾ ਵੀ ਕਹਿੰਦੇ FMCSA ਦਾ OP1 ਜਿਹੜਾ ਫਾਰਮ ਆ, ਉਹਦੇ ਤੇ ਜਿਹੜੀ ਰੋਂਗ ਇਨਫੋਰਮੇਸ਼ਨ, ਜਿਹੜੀ ਗਲਤ ਇਨਫੋਰਮੇਸ਼ਨ ਭਰੀ ਸੀ। ਤੁਸੀਂ ਇਹ ਥੋੜਾ ਜਿਹਾ ਦੱਸਿਓ। ਇਨਫੋਰਮੇਸ਼ਨ ਰੋਂਗ ਭਰਦੇ ਆ, ਜਿੱਦਾਂ ਕੋਈ ਵੀ ਇਨਫੋਰਮੇਸ਼ਨ ਤੁਸੀਂ ਰੋਂਗ ਦਿੰਦੇ ਆ, ਜਾਂ ਉੱਥੇ ਤੁਸੀਂ ਕਹਿੰਦੇ ਆ ਵੀ ਮੈਂ ਫਲਾਣੇ ਐਡਰੈਸ ਤੇ ਰਹਿਣਾ, ਜਦ ਕਿ ਤੁਹਾਡਾ ਉੱਥੇ PO ਬਾਕਸ ਆ, ਜਾਂ ਕੋਈ ਵੀ ਇਨਫੋਰਮੇਸ਼ਨ ਤੁਸੀਂ ਰੋਂਗ ਦਿੰਦੇ ਹੈਗੇ ਆ FMCSA ਨੂੰ, ਤੇ ਦੈਟ ਇਜ਼ ਮਤਲਬ ਆਹ ਕੇਸ ਤੋਂ ਬਾਅਦ, ਆ ਸਜ਼ਾ ਹੋਣ ਤੋਂ ਬਾਅਦ ਇਹ ਲੱਗ ਰਿਹਾ ਕਿ ਇਹ ਪ੍ਰੋਸੀਕਿਊਸ਼ਨ ਜਿਹੜੀ ਆ ਇਹ ਸ਼ੁਰੂ ਕੀਤੀ ਜਾ ਸਕਦੀ। ਕਿਉਂਕਿ ਅਗੇਨ ਜਦੋਂ ਆਪਾਂ ਫਰਾਡ ਦੀ ਗੱਲ ਕਰਦੇ ਹਾਂ, ਫਰਾਡ ਦੇ ਉੱਤੇ FMCSA ਵੱਲੋਂ ਇਹ ਕਿਹਾ ਜਾ ਰਿਹਾ ਵੀ ਡੈਫੀਨੇਟਲੀ ਜਿਹੜੀ ਆ ਸਰਕਾਰ ਹੈਗੀ ਆ, ਇਹ ਕਾਫੀ ਮਤਲਬ ਕਿ ਸਾਨੂੰ ਸ਼ਿਕੰਜਾ ਕੱਸਣ ਨੂੰ ਕਹਿ ਰਹੀ ਆ, ਕਿਉਂਕਿ ਗਲਤ ਕੰਮ ਬਹੁਤ ਹੋ ਰਿਹਾ ਹੈਗਾ। ਸੋ ਇਸ ਕਰਕੇ ਜਿਹੜੀ ਮਤਲਬ ਕਿ ਜ਼ਿਆਦਾ ਪ੍ਰੋਬਲਮ ਉਹੀ ਆ ਕਿ ਜਿਹੜੀਆਂ ਕੰਪਨੀਜ਼ ਮਲਟੀਪਲ ਜਗ੍ਹਾ ਤੇ ਖੁੱਲੀਆਂ, ਜਾਂ ਵਿਦਾਊਟ ਪ੍ਰੋਪਰ ਐਡਰੈਸ ਆ, ਜਾਂ ਕੋਈ ਕਿਸੇ ਦੇ ਇੱਕ ਜਗ੍ਹਾ ਤੇ ਇੱਕੋ ਐਡਰੈਸ ਦੇ ਉੱਤੇ 10-10 ਕੰਪਨੀਆਂ ਖੁੱਲੀਆਂ ਹੈਗੀਆਂ। ਸੋ ਉਹੋ ਜਿਹੀਆਂ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਕਾਫੀ ਜਿਹੜਾ ਸ਼ਿਕੰਜਾ ਕੱਸਿਆ ਜਾਣਾ, ਕਿਉਂਕਿ ਜਦੋਂ ਤੁਸੀਂ ਸਾਈਨ ਅਪ ਕਰਦੇ ਆ, ਤੁਸੀਂ ਆਪਣੀ ਆਪਣੀ ਪ੍ਰੋਫਾਈਲ ਬਣਾਉਂਦੇ ਆ, ਉਹਦੇ ਉੱਤੇ ਜਾ ਕੇ .gov ਦੇ ਉੱਤੇ ਜਾ ਕੇ, ਜਾਂ ਤੁਸੀਂ FMCSA ਦੇ ਜਾ ਕੇ ਪੋਰਟਲ ਦਾ ਐਕਸੈਸ ਲੈਣ ਲਈ ਕਰਦੇ ਆ, ਉਹ ਜਿਹੜਾ ਵੈਟਿੰਗ ਪ੍ਰੋਸੈਸ ਹੈਗਾ ਉਹ ਕਾਫੀ ਡੀਟੇਲਡ ਉਹਨਾਂ ਨੇ ਕੱਲ ਦਿਖਾਇਆ ਮੈਨੂੰ। ਸੋ ਕਿਹੜੀਆਂ ਨਵੀਆਂ ਚੀਜ਼ਾਂ ਐਡ ਕੀਤੀਆਂ ਜਿਹੜੀਆਂ ਦੱਸਣੀਆਂ ਪੈਣਗੀਆਂ? ਹਾਂਜੀ, ਪ੍ਰੋਬਲਮ ਇਹ ਆ, ਉਹ ਕਹਿ ਰਹੇ ਕਿ ਪ੍ਰੋਬਲਮ ਇਹ ਹੈਗੀ ਆ ਕਿ ਜਦੋਂ ਅਸੀਂ ਪੁਰਾਣੇ ਸਿਸਟਮ ਦੇ ਨਾਲ, ਜਿਹੜਾ ਕਿ ਮੋਸਟਲੀ ਜਿਹੜੀਆਂ ਮਤਲਬ ਕਿ ਗੌਰਮੈਂਟ ਦਾ ਸਿਸਟਮ ਹੈਗੇ ਆ ਉਹ ਪੁਰਾਣੇ ਹੈਗੇ ਆ, ਸੋ ਪੁਰਾਣੀ ਟੈਕਨੋਲੋਜੀ ਆ, ਉਹਨੂੰ ਜਦੋਂ ਹੁਣ ਨਵੀਂ ਟੈਕਨੋਲੋਜੀ ਨਾਲ ਅਸੀਂ ਕੁਛ ਕਰਨ ਲੱਗਦੇ ਆ ਤੇ ਉਹ ਪ੍ਰੋਬਲਮਸ ਆਉਂਦੀਆਂ ਹੈਗੀਆਂ ਲੋਕਾਂ ਨੂੰ, ਵੀ ਉਹਨਾਂ ਦੇ ਜਾਂ ਸਾਈਟ ਕ੍ਰੈਸ਼ ਹੋ ਜਾਂਦੀ ਆ, ਜਾਂ ਉਹਨਾਂ ਦੇ ਚੀਜ਼ਾਂ ਨਹੀਂ ਹੋ ਪਾ ਰਹੀਆਂ, ਉਹ ਇਸ ਕਰਕੇ ਹੁੰਦੀਆਂ। ਤੇ ਹੁਣ ਕਹਿੰਦੇ ਵੀ ਸਾਡਾ ਫੋਕਸ ਹੈਗਾ ਕਿ ਅਸੀਂ ਓਵਰਆਲ ਪੂਰਾ ਓਵਰਹਾਲ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਅਸੀਂ ਸਾਰਾ ਹੀ ਸਿਸਟਮ ਜਿਹੜਾ ਉਹ ਚੇਂਜ ਕਰੀਏ। ਸੋ ਇਹ ਕਾਫੀ ਡਿਟੇਲ 'ਚ ਕੰਮ ਹੋ ਰਿਹਾ ਹੈਗਾ। ਇਹ ਨਾ ਆਪਾਂ ਜਦੋਂ ਗੱਲ ਕਰਦੇ, ਕਈ ਵਾਰੀ ਗੌਰਮੈਂਟ ਨਹੀਂ ਕਰਦੀ, ਪਰ ਡੈਫੀਨੇਟਲੀ ਗੌਰਮੈਂਟ ਕਰ ਰਹੀ ਹੈ, ਪਰ ਥੋੜਾ ਚਾਲ ਸੁਸਤ ਹੁੰਦੀ ਸੀਗੀ। ਪਰ ਹੋ ਸਕਦਾ ਵੀ ਜਿੱਦਾਂ ਆਪਾਂ ਐਜ਼ ਗੌਰਮੈਂਟ ਦੀ ਚਾਲ ਦੇਖ ਰਹੇ ਹਾਂ, ਸ਼ਾਇਦ
ਇਹਦੇ ਵਿੱਚ ਜਿਹੜੀਆਂ ਉਹ ਸੁਸਤੀਆਂ ਆ ਉਹ ਲੱਥ ਜਾਣ, ਉਹ ਜਿਹੜੀ ਨੀਂਦ ਆ ਉਹ ਖੁੱਲ ਜਾਵੇ ਤੇ ਜਿਹੜਾ ਪ੍ਰੋਸੈਸ ਹੈਗਾ ਆ ਉਹ ਜਲਦੀ ਕਲੀਨ ਅਪ ਹੋ ਜਾਵੇ। ਸੋ ਬਿਲਕੁਲ, ਇਹ ਜਿਹੜਾ ਕਰਕ ਨਾਮ ਦਾ ਬੰਦਾ ਹੈ ਜਿਹਨੂੰ 4 ਸਾਲ ਦੀ ਸਜ਼ਾ ਹੋਈ ਹੈ, ਇਹਦਾ ਕਾਰਨ ਇਹੀ ਆ ਵੀ FMCSA ਨੂੰ ਜਦੋਂ ਤੁਹਾਡੀ ਇੱਕ ਕੰਪਨੀ ਚੱਲਦੀ ਆ ਉਹਦੇ ਤੇ ਕੋਈ ਸੇਫਟੀ ਵਾਇਲੇਸ਼ਨਸ ਆ, ਤੁਸੀਂ ਦੂਜੀ ਕੰਪਨੀ ਖੋਲਦੇ ਆ ਉਹ ਤੁਹਾਨੂੰ ਦੱਸਣਾ ਪੈਂਦਾ। ਸੋ ਹੁਣ ਕਈ ਕੰਪਨੀਆਂ ਖੋਲੀਆਂ ਸੀਆਂ ਵੱਖ-ਵੱਖ ਸਟੇਟਾਂ 'ਚ ਤੇ ਉਹਨੂੰ ਦੱਸਿਆ ਨਹੀਂ। ਸੋ ਉਹਦੇ ਨਾਲ FMCSA ਇਹ ਕਹਿੰਦਾ ਵੀ ਇਹ ਤਾਂ ਲੋਕ ਜਿਹੜੇ ਆਮ ਸੜਕ ਤੇ ਜਾਂਦੇ ਆ ਉਹਨਾਂ ਦੀ ਲਾਈਫ ਨੂੰ ਖਤਰਾ ਹੈਗਾ, ਸੇਫਟੀ ਇਹਦਾ ਬਹੁਤ ਵੱਡਾ ਇਸ਼ੂ ਆ। ਸੋ ਸੇਫਟੀ ਆਫ ਦਾ ਨੇਸ਼ਨਸ ਹਾਈਵੇਜ਼ ਐਂਡ ਰੋਡਵੇਜ਼ ਫਰੋਮ ਅਨਸੇਫ ਟਰੈਕਟਰ ਟ੍ਰੇਲਰਸ, ਹਨਾ, ਇਹ US ਦੇ ਜਿਹੜੇ ਅਟਾਰਨੀ ਮਾਈਕਲ ਹੈਗੇ ਆ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਜਾਰੀ ਕੀਤਾ। ਨਹੀਂ ਬਿਲਕੁਲ ਇਹ ਚੀਜ਼ਾਂ ਜ਼ਰੂਰੀਆਂ। ਵੈਸੇ ਵੀ ਜੇ ਦੇਖਿਆ ਜਾਵੇ ਆਪਾਂ ਹੁਣ ਦੇਖਦੇ ਹੀ ਹਾਂ ਰਮਨ ਜੀ ਵੀ ਇਨਫੋਰਮੇਸ਼ਨ ਕਿਸੇ ਦੀ ਹੁੰਦੀ, ਕਿੰਨੇ ਵਿਚਾਰੀਆਂ ਸਕੈਮ ਤੋਂ ਜਿਹੜੇ ਪੀੜਤ ਟਰੱਕਰਸ ਆ ਉਹਨਾਂ ਦੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਆ। ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਦੇ ਨਾਲ ਥੋੜਾ ਬਹੁਤਾ ਠੱਲ ਪੈ ਸਕਦੀ ਹੈ? ਡੈਫੀਨੇਟਲੀ ਠੱਲ ਪਊਗੀ ਰਾਜਕਰਨ। ਨਾਲੇ ਇੱਕ ਜਿਹੜੀ ਦੂਸਰੀ ਤੁਸੀਂ ਕਿਹਾ ਕਿ ਇੱਥੇ ਕਿਹੜੀ ਚਰਚਾ ਹੈ, ਜਦੋਂ ਇੱਥੇ ਅਸੀਂ ਕਿਸੇ ਨੂੰ ਦੱਸਦੇ ਕਿ ਅਸੀਂ ਇੰਡੀਆ ਤੋਂ ਜਾਂ ਇੰਡੀਅਨ ਆ ਜਾਂ ਉਹ ਦੇਖਦੇ ਆ ਸਾਨੂੰ, ਤੇ ਪਹਿਲਾ ਕੁਐਸਚਨ ਇਹ ਹੁੰਦਾ ਕਿ ਵਾਈ your drivers are not able to speak English, ਠੀਕ ਹੈ ਨਾ। ਤੇ ਮੇਰਾ ਉਹਨਾਂ ਨੂੰ ਆਨਸਰ ਇਹ ਹੁੰਦਾ ਕਿ why US government is giving a license to a person that who is not able to speak English। ਤੁਸੀਂ ਆਪਣਾ ਸਿਸਟਮ ਦੇਖੋ ਨਾ, ਆਪਣੇ ਸਿਸਟਮ 'ਚ ਕਮੀਆਂ ਤੁਹਾਡੇ ਸਿਸਟਮ ਦੇ ਵਿੱਚ, ਕਿਉਂ ਦੇ ਰਹੇ ਆ ਲਾਇਸੈਂਸ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ? ਚਾਹੇ ਜੇ ਤੁਸੀਂ ਚਾਹੁੰਦੇ ਆ ਤਾਂ ਫਿਰ ਟੈਸਟ ਚੱਜ ਨਾਲ ਲਓ, ਤੁਸੀਂ ਨਾ ਦਿਓ, ਕਿਉਂ ਦਿੰਦੇ ਆ ਤੁਸੀਂ ਕਿਉਂ ਥਰਡ ਪਾਰਟੀ ਨੂੰ ਕਹਿੰਦੇ ਆ ਜੀ ਅਸੀਂ ਦੇਤੀ ਆ ਵੀ ਜਿਹੜੀ ਆ ਚੈੱਕ ਕਰ ਲਓ, ਕਰਨੀ ਆ ਚੈੱਕ ਕਰ ਲਓ? ਕਿਉਂ ਥਰਡ ਪਾਰਟੀ ਮੈਂ ਕਿਹਾ ਪੈਸੇ ਲੈ ਕੇ ਉਹਨਾਂ ਨੂੰ ਲਾਇਸੈਂਸ ਦੇਈ ਜਾਂਦੀ ਆ। ਮੈਂ ਕਿਹਾ ਤੁਸੀਂ ਕਹਿੰਦੇ ਆ ਡਰਾਈਵਰ ਸ਼ਾਰਟੇਜ ਆ, ਤੁਸੀਂ ਡਰਾਈਵਰ ਦੀ ਕਿਉਂ ਨਹੀਂ ਟੇਕ ਕੇਅਰ ਕਰਦੀਆਂ ਤੁਹਾਡੀਆਂ ਕੰਪਨੀਆਂ ਜਿਹੜੀਆਂ? ਸੋ ਕਾਫੀ ਡਿਸਕਸ਼ਨ ਹੋ ਰਹੀ ਆ, ਕਾਫੀ ਬਹਿਸ ਵੀ ਹੁੰਦੀ ਆ, ਕਾਫੀ ਥਾਂ ਤੇ ਗੱਲਬਾਤ ਹੁੰਦੀ ਆ, ਪਰ ਡੈਫੀਨੇਟਲੀ ਇਹ ਕੁਐਸਚਨ ਜਿਹੜਾ ਇਸ ਵੇਲੇ ਆ ਸਾਨੂੰ ਬਹੁਤ ਪੁੱਟ ਕੀਤਾ ਜਾ ਰਿਹਾ ਕਿ ਕੀ ਰੀਜ਼ਨ ਆ ਕਿ ਜਿਹੜੇ ਤੁਹਾਡੇ ਇੰਡੀਅਨ ਡਰਾਈਵਰਸ ਹੈਗੇ ਉਹਨਾਂ ਦੇ ਵਿੱਚ ਇੰਗਲਿਸ਼ ਦੀ ਐਡੀ ਪ੍ਰੋਬਲਮ ਹੈਗੀ, ਕੀ ਪ੍ਰੋਬਲਮ ਹੈਗੀ ਹੈ? ਸੋ ਇਹ ਕੁਐਸਚਨ ਜਿਹੜਾ ਬਹੁਤ ਸਾਨੂੰ ਇਸ ਵੇਲੇ ਇੱਥੇ, ਨਹੀਂ ਤਾਂ ਅੱਗੇ ਮੈਂ ਇੰਨੇ ਟਰੱਕ ਸ਼ੋਅ ਤੇ ਆਇਆ ਹੈਗਾ, ਕਦੀ ਇਦਾਂ ਦਾ ਕੁਐਸਚਨ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੈਗਾ। ਜਿਹੜੀ ਅਰਕਨਸਾਸ ਦੀ ਜਿਹੜੀ ਉੱਥੇ ਜਿਹੜਾ ਲਾਅ ਪਾਸ ਮਤਲਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉੱਥੇ ਉਹਨਾਂ ਦੀ ਹੀਅਰਿੰਗ ਸੀਗੀ ਸੈਨੇਟ ਦੀ, ਉਹਦੇ ਹੀਅਰਿੰਗ ਦੇ ਸੈਨੇਟ ਦੀ ਉਹਦੀ ਸਟੇਟ ਦੀ ਹੀਅਰਿੰਗ ਸੀਗੀ, ਉਹਦੇ ਵਿੱਚ ਉੱਥੇ ਜਿਹੜੀ ਟਰੱਕਿੰਗ ਆਪਣੀ ਟੋ ਕੰਪਨੀ ਹੈਗੀ ਆ ਉਹਨਾਂ ਦਾ ਬਿਆਨ ਸੀਗਾ। ਟੋ ਕੰਪਨੀ ਨੇ ਕਿਹਾ ਕਿ ਅਸੀਂ ਜਿੰਨੇ ਵੀ ਉਹਨਾਂ ਦੀ ਕੰਪਨੀ ਦੇ ਵਿੱਚ ਐਕਸੀਡੈਂਟ ਆਉਂਦੇ ਆ ਟੋ ਟਰੱਕ ਵਾਲੇ, ਅਸੀਂ ਜਿੱਥੇ ਜਾਂਦੇ ਆ ਸੀਨ ਤੇ, ਉਹਦੇ ਵਿੱਚ ਮੈਜੋਰਟੀ ਜਿਹੜੇ ਡਰਾਈਵਰ ਹੁੰਦੇ ਆ ਉਹ ਇੰਡੀਆ, ਪਾਕਿਸਤਾਨ, ਚਾਈਨਾ ਜਾਂ ਏਸ਼ੀਆ ਤੋਂ ਹੁੰਦੇ ਆ, ਜਿਹੜੇ ਕਿ ਆਪਣੀ ਗੱਲਬਾਤ ਨਹੀਂ ਕਰ ਸਕਦੇ, ਨਾ ਸਾਡੇ ਨਾਲ ਨਾ ਲਾਅ ਇਨਫੋਰਸਮੈਂਟ ਦੇ ਨਾਲ। 80% ਐਕਸੀਡੈਂਟ ਦੇ ਵਿੱਚ ਇਹ ਕਮਿਊਨਿਟੀ ਇਨਵੋਲਵਡ ਆ, ਇਹ ਵਾਲੀਆਂ ਕਮਿਊਨਿਟੀਜ਼ ਦੇ ਡਰਾਈਵਰ ਜਿਹੜੇ ਆ, ਤੇ ਉਹਨਾਂ ਦਾ ਮੇਨ ਰੀਜ਼ਨ ਹੈਗਾ ਕਿ ਦੇ ਕੈਨ ਨਾਟ ਸਪੀਕ ਇੰਗਲਿਸ਼। ਉਹ ਬੋਲ ਨਹੀਂ ਪਾਉਂਦੇ ਇੰਗਲਿਸ਼, ਨਾ ਸਮਝਾ ਪਾਉਂਦੇ ਆ ਨਾ ਸਮਝ ਪਾਉਂਦੇ ਆ। ਸੋ ਇਹ ਇਸ ਵੇਲੇ ਡੈਫੀਨੇਟਲੀ FMCSA ਦੇ ਸਾਹਮਣੇ ਵੀ ਤੇ ਇੱਥੇ ਵੀ ਲੋਕਾਂ ਦੇ ਵਿੱਚ, ਆਮ ਨਾਰਮਲ ਲੋਕਾਂ ਦੇ ਵਿੱਚ ਵੀ ਕਾਫੀ ਵੱਡਾ ਜਿਹੜਾ ਕੁਐਸਚਨ ਚੱਲ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ